Hello everyone, Jitendra here. Welcome to my channel Nanak Gyan. Subject is HTML. Today we are cover topic list. ਅੱਜ ਅਸੀਂ ਗੱਲ ਕਰਾਂਗੇ ਲਿਸਟ ਟੌਪਿਕ ਦੀ ਕਿ ਕਿਸ ਤਰ੍ਹਾਂ ਅਸੀਂ ਲਿਸਟ ਦੇ ਫਾਰਮ ਦੇ ਵਿੱਚ ਡਾਟੇ ਨੂੰ ਅਰੇਂਜ ਕਰਕੇ ਰੱਖਣਾ ਹੈ। ਸਭ ਤੋਂ ਪਹਿਲਾਂ ਤਾਂ ਹੈਗੀ ਹੈ ਜੀ ਆਪਣੀ ਡੈਫੀਨੇਸ਼ਨ। ਕਹਿੰਦੇ HTML offers web authors 3 ways for specifying list of information। ਕਹਿੰਦੇ ਜਿਹੜੇ HTML ਦੇ ਵੈਬ ਦੇ ਆਥਰ ਨੇਗੇ ਰਾਈਟਰ ਨੇਗੇ ਉਹ ਸਾਨੂੰ 3 ਤਰੀਕੇ ਸਪੈਸੀਫਾਈ ਕਰਦੇ ਨੇ ਕਿ ਅਸੀਂ ਆਪਣੀ ਇਨਫੋਰਮੇਸ਼ਨ ਨੂੰ ਕਿਸ ਤਰ੍ਹਾਂ ਲਿਸਟ ਦੀ ਫਾਰਮ ਦੇ ਵਿੱਚ ਰੀਪ੍ਰਜੈਂਟ ਕਰਨਾ ਹੈ। ਕਹਿੰਦੇ ਜਿਹੜੀਆਂ ਲਿਸਟ ਨੇ ਇਹ ਜ਼ਰੂਰੀ ਹੈ ਉਹ ਕੰਟੇਨ ਕਰਦੀਆਂ ਨੇ ਇੱਕ ਜਾਂ ਇੱਕ ਤੋਂ ਵੱਧ ਲਿਸਟ ਦੇ ਐਲੀਮੈਂਟਸ। ਕਲੀਅਰ ਹੈ ਨੀ ਗੱਲ। ਕਹਿੰਦੇ ਲਿਸਟ ਮੇ ਕੰਟੇਨ, ਕਹਿੰਦੇ ਲਿਸਟ ਕੀ ਕੰਟੇਨ ਕਰਦੀ ਹੈ, ਕਿਹੜੀ ਟਾਈਪ ਦੀਆਂ ਲਿਸਟਾਂ ਹੁੰਦੀਆਂ ਨੇ। UL OL DL। UL ਦਾ ਮਤਲਬ ਕੀ ਹੈ ਆਰਡਰਡ ਲਿਸਟ। OL ਕੀ ਹੈ UL ਦਾ ਮਤਲਬ ਹੈ ਅਨਆਰਡਰਡ। OL ਦਾ ਮਤਲਬ ਕੀ ਹੈ ਆਰਡਰਡ ਲਿਸਟ। DL ਦਾ ਮਤਲਬ ਕੀ ਹੈ ਡੈਫੀਨੇਸ਼ਨ ਲਿਸਟ। ਕਹਿੰਦੇ ਜਿਹੜੀ ਆਰਡਰਡ ਲਿਸਟ ਹੈਗੀ ਉਹਦੇ ਵਿੱਚ ਜਿਹੜਾ ਡਾਟਾ ਹੁੰਦਾ ਹੈਗਾ ਕਹਿੰਦੇ ਦਿਸ ਵਿਲ ਯੂਜ਼ ਡਿਫਰੈਂਟ ਸਕੀਮਾ ਆਫ ਨੰਬਰ ਟੂ ਲਿਸਟ ਯੂਅਰ ਆਈਟਮ। ਇਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਸਕੀਮਾਸ। ਹੁਣ ਸਕੀਮਾ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਵੀ ਕੀ ਹੁੰਦਾ ਹੈ, ਜਿਸ ਦੇ ਵਿੱਚ ਕੀ ਕਰਦੇ ਹਾਂ ਅਸੀਂ ਡਾਟਾ ਐਲੀਮੈਂਟਸ ਨੂੰ ਡਿਸਕਰਾਈਬ ਕਰਦੇ ਹਾਂ, ਉਹਨੂੰ ਕੀ ਬੋਲਦੇ ਹਾਂ ਸਕੀਮਾ। ਕਹਿੰਦੇ ਉਹ ਸਾਡਾ ਜਿਹੜਾ ਵਧੀਆ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈਗਾ ਡਿਫਰੈਂਟ ਸਕੀਮਾ ਆਫ ਨੰਬਰ ਟੂ ਲਿਸਟ ਯੂਅਰ ਆਈਟਮ। ਆਪਣੀਆਂ ਆਈਟਮ ਨੂੰ ਕਿਹੜੇ ਅਸੀਂ ਕੋਲਮ ਬਣਾ ਕੇ ਰੀਪ੍ਰਜੈਂਟ ਕਰਨਾ ਹੈ। ਅਨਆਰਡਰਡ ਲਿਸਟ ਦੇ ਵਿੱਚ ਕੀ ਹੁੰਦਾ ਹੈ ਕਹਿੰਦੇ ਜਿੰਨੀਆਂ ਵੀ ਸਾਡੀਆਂ ਆਈਟਮਸ ਨੇ ਉਹ ਪਲੇਨ ਬੁਲੇਟਸ ਦੇ ਫੋਰਮ ਦੇ ਵਿੱਚ ਹੁੰਦਾ ਟੈਕਸਟ ਹੈ ਜਿਹੜਾ ਲਿਖਿਆ ਹੋਇਆ। DL ਦੇ ਵਿੱਚ ਕੀ ਹੁੰਦਾ ਹੈਗਾ ਡੈਫੀਨੇਸ਼ਨ ਲਿਸਟ। ਕਹਿੰਦੇ ਅਰੇਂਜ ਕਰਦੀ ਹੈ ਤੁਹਾਡੀਆਂ ਆਈਟਮ ਨੂੰ ਸੇਮ ਵੇ ਐਜ਼ ਦੇ ਆਰ ਅਰੇਂਜਡ ਇਨ ਅ ਡਿਕਸ਼ਨਰੀ। ਜਿਸ ਤਰ੍ਹਾਂ ਡਿਕਸ਼ਨਰੀ ਦੀ ਫੋਰਮ ਦੇ ਵਿੱਚ ਆਪਾਂ ਡਾਟੇ ਨੂੰ ਰੀਪ੍ਰਜੈਂਟ ਕਰਦੇ ਹਾਂ ਉਸ ਤਰ੍ਹਾਂ ਹੀ ਸੇਮ ਵੇ ਦੇ ਵਿੱਚ ਇਹ ਲਿਸਟ ਦੀ ਫੋਰਮ ਦੇ ਵਿੱਚ ਸਾਨੂੰ ਰੀਪ੍ਰਜੈਂਟ ਕਰਦੇ ਨੇ। ਅੱਗੇ ਅਸੀਂ ਇਕੱਲੇ ਟੌਪਿਕ ਨੂੰ ਦੁਬਾਰਾ ਡਿਸਕਸ ਕਰਾਂਗੇ ਵੀ ਕੀ ਹੁੰਦਾ। ਸਭ ਤੋਂ ਪਹਿਲੀ ਹੈਗੀ ਹੈ ਸਾਡੀ ਆਰਡਰਡ ਲਿਸਟ। ਕਹਿੰਦੇ ਆਰਡਰਡ ਲਿਸਟ ਕੀ ਹੈ ਕਹਿੰਦੇ ਇਜ਼ ਵਨ ਦੈਟ ਇਜ਼ ਨੰਬਰਡ ਐਂਡ ਮੇ ਆਲਸੋ ਬੀ ਯੂਜ਼ ਟੂ ਇੰਡੀਕੇਟ ਸਿਕੁਐਂਸ਼ੀਅਲ ਫਾਰਮ ਆਫ ਇਨਫੋਰਮੇਸ਼ਨ। ਕਹਿੰਦੇ ਜਿਹੜਾ ਆਰਡਰਡ ਫਾਰਮ ਦੇ ਵਿੱਚ ਸਾਡਾ ਡਾਟਾ ਹੁੰਦਾ ਉਹ ਕਿਹੜੀ ਸੀਕੁਐਂਸ ਦੇ ਵਿੱਚ ਹੁੰਦਾ ਸਿਕੁਐਂਸ਼ੀਅਲ ਫਾਰਮ ਦੇ ਵਿੱਚ। ਜਿੱਦਾਂ ਅਸੀਂ ਸੀਕੁਐਂਸ ਬਣਾਈ ਹੋਈ ਹੈ ਆਰਡਰ ਬਣਾਇਆ ਹੋਇਆ ਉਸ ਫਾਰਮ 'ਚ ਸਾਡਾ ਡਾਟਾ ਹੋਊਗਾ। ਤਾਂ ਕਹਿੰਦੇ ਇਹਦੇ ਵਾਸਤੇ ਅਸੀਂ ਟੈਗ ਕਿਹੜਾ ਯੂਜ਼ ਕਰਦੇ ਹਾਂ OL ਟੈਗ ਯੂਜ਼ ਕਰਦੇ ਹਾਂ। ਬੈਕਸਲੈਸ਼ ਦਾ ਸਾਈਨ ਲਾ ਕੇ ਉਸ ਟੈਗ ਨੂੰ ਅਸੀਂ ਬੰਦ ਕਰਦੇ ਹਾਂ ਓਪਨਿੰਗ ਅਤੇ ਕਲੋਜ਼ਿੰਗ ਟੈਗਸ। ਦੇਖੋ ਪ੍ਰੋਗਰਾਮ ਦੇ ਵਿੱਚ HTML ਲਿੱਤਾ ਹੈ, ਹੈੱਡ ਟੈਗ ਲਿੱਤਾ ਹੈਗਾ, ਟਾਈਟਲ ਨੂੰ ਬੰਦ ਕੀਤਾ ਹੈਗਾ, ਹੈੱਡ ਨੂੰ ਬੰਦ ਕੀਤਾ ਹੈ, ਬੋਡੀ ਸਟਾਰਟ ਕੀਤੀ ਹੈ। ਬੋਡੀ ਸਟਾਰਟ ਕਰਨ ਦੇ ਵਿੱਚ ਕੀ ਕੀਤਾ ਇਹਨਾਂ ਨੇ ਆਰਡਰਡ ਕੀ ਲਿੱਤਾ ਲਿਸਟ ਇੱਕ ਬਣਾਈ ਹੈ। ਬਲੈਕ ਬਾਕਸ ਟੈਸਟਿੰਗ, ਵਾਈਟ ਬਾਕਸ ਟੈਸਟਿੰਗ, ਕੰਟਰੋਲ ਸਟਰਕਚਰ ਟੈਸਟਿੰਗ। ਉਸ ਨੂੰ ਬੰਦ ਕੀਤਾ ਹੈ, ਬੋਡੀ ਨੂੰ ਬੰਦ ਕੀਤਾ ਹੈ, HTML ਨੂੰ ਬੰਦ ਕੀਤਾ ਹੈ। ਤਾਂ ਥੋੜ੍ਹੀ ਜਿਹੀ ਨਿਗਾਹ ਮਾਰੋ ਕਿ ਆਊਟਪੁੱਟ ਦੇ ਵਿੱਚ ਕੀ ਕੀਤਾ ਹੋਇਆ ਹੈ। ਬਲੈਕ ਬਾਕਸ ਟੈਸਟਿੰਗ ਸੀਕੁਐਂਸ ਦੇ ਵਿੱਚ ਫਿਰ ਵਾਈਟ ਬਾਕਸ ਲਿਖਿਆ ਰਿਹਾ, ਫਿਰ ਕੰਟਰੋਲ ਸਟਰਕਚਰ ਟੈਸਟਿੰਗ। ਤਾਂ ਸਾਰਾ ਸੀਕੁਐਂਸ ਦੇ ਵਿੱਚ ਹੈ ਜਿਸ ਤਰ੍ਹਾਂ ਤੁਸੀਂ ਆਰਡਰ ਦਿੱਤਾ ਸੀ ਉਸ ਤਰ੍ਹਾਂ ਡਾਟਾ ਤੁਹਾਡਾ ਸ਼ੋ ਕੀਤਾ ਹੈਗਾ। ਕਲੀਅਰ ਹੈ ਜੀ। ਤਾਂ ਕਹਿੰਦੇ ਇਸ ਦੇ ਵਿੱਚ ਕੀ ਹੈਗਾ ਨੈਕਸਟ ਸਾਡਾ ਹੈਗਾ ਅਗਲੀ ਟਾਈਪ ਹੈ ਜਿਹੜੀ ਇਸ ਦੇ ਵਿੱਚ ਅੱਗੇ ਵੀ ਕਹਿੰਦੇ ਤੁਸੀਂ ਕਈ ਟੈਗ ਯੂਜ਼ ਕਰ ਸਕਦੇ ਹੋ। ਕਹਿੰਦੇ ਵੀ ਅਬਜ਼ਰਵ ਫਰੋਮ ਅਬਵ ਆਊਟਪੁੱਟ ਵਿੰਡੋ ਦੈਟ ਟੈਕਸਟ ਇਜ਼ ਇੰਡੈਂਟਡ ਡਿਊਰਿੰਗ ਦ ਐਕਚੁਅਲ ਪ੍ਰਿੰਟਿੰਗ ਆਫ ਦ ਲਿਸਟ ਪ੍ਰਿੰਟ ਕਰਤੀ। ਕਹਿੰਦੇ ਹਾਊਐਵਰ ਦ ਲਿਸਟ ਆਈਟਮ ਹੈਵ ਨੋਟ ਬੀਨ ਪ੍ਰਿੰਟਡ ਔਨ ਸੈਪਰੇਟ ਲਾਈਨ। ਕਹਿੰਦੇ ਪਰ ਸਾਡੀ ਜਿਹੜੀ ਆਊਟਪੁੱਟ ਆਈ ਹੈ ਅਲੱਗ-ਅਲੱਗ ਲਾਈਨਾਂ 'ਚ ਨਹੀਂ ਆਈ ਹੈਗੀ। ਠੀਕ ਹੈ ਜੀ। ਨਾ ਕੋਈ ਲਾਈਨ ਬ੍ਰੇਕ ਹੋ ਰਹੀ ਹੈ ਨਾ ਮਤਲਬ ਕੋਈ ਪੈਰਾ ਬਣ ਰਿਹਾ ਹੈਗਾ, ਮਤਲਬ ਕੋਈ ਵੀ ਇਸ ਦੇ ਵਿੱਚ ਟੈਗ ਨਹੀਂ ਅਸੀਂ ਯੂਜ਼ ਕੀਤਾ ਹੋਇਆ। ਕਹਿੰਦੇ ਦ ਲਿਸਟ ਆਈਟਮ ਟੈਗ L1 ਇਜ਼ ਯੂਜ਼ ਟੂ ਰਿਮੂਵ ਦਿਸ ਪ੍ਰੋਬਲਮ। ਤਾਂ ਹੁਣ ਕਹਿੰਦੇ ਇਸ ਦੇ ਵਿੱਚ ਕੀ ਕਰਾਂਗੇ ਅਸੀਂ ਇੱਕ L1 ਨਾਮ ਦਾ ਟੈਗ ਯੂਜ਼ ਕਰਾਂਗੇ ਜਿਸ ਦੇ ਨਾਲ ਕੀ ਹੋਊਗਾ ਸਾਡੀ ਇਹ ਪ੍ਰੋਬਲਮ ਦੂਰ ਹੋ ਜਾਏਗੀ। ਅਗਲੇ ਦੇ ਵਿੱਚ ਦੇਖੋ ਇਹਨਾਂ ਨੇ L1 ਨਾਮ ਦਾ ਟੈਗ ਯੂਜ਼ ਕੀਤਾ ਹੈ ਤਾਂ ਉਹ ਕੱਲੀ ਲਾਈਨ 'ਚ ਲਿਖਿਆ ਹੋਇਆ ਆਪਣੇ ਆਪ ਆ ਰਿਹਾ ਹੈਗਾ। ਕਲੀਅਰ ਹੈ ਜੀ। ਤਾਂ ਆਰਡਰ ਲਿਸਟ ਦੀ ਇੱਕ ਹੋਰ ਐਗਜ਼ਾਮਪਲ ਦਿੱਤੀ ਹੋਈ ਹੈ, ਤੁਸੀਂ ਜਿਹੜੀ ਵੀ ਤੁਹਾਨੂੰ ਜਿਸ ਤਰ੍ਹਾਂ ਠੀਕ ਲੱਗਦੀ ਹੈ ਉਹਨੂੰ ਕਰ ਸਕਦੇ ਹੋ। ਟਾਈਪ ਵੀ ਦੇ ਸਕਦੇ ਹੋ ਕਿਹੜੀ ਟਾਈਪ ਦਾ ਡਾਟਾ ਹੈਗਾ। ਜੇ ਕਹਿੰਦੇ ਤੁਸੀਂ ਮਤਲਬ ਕਿ L1 ਲਿਖ ਦਿਓ ਡਿਫੋਲਟ ਹੈ ਦਾ ਮਤਲਬ ਕਿ ਅਰੇਬਿਕ ਸਟਾਈਲ ਦੇ ਵਿੱਚ ਡਾਟਾ ਆਊਗਾ। ਜੇ ਛੋਟੀ ਏ ਲਿਖ ਦਿਓ ਤਾਂ ਲੋਅਰ ਕੇਸ ਲੈਟਰ 'ਚ ਅੱਖਰ ਆਉਣਗੇ, ਵੱਡੀ ਏ ਲਿਖ ਦਿਓ ਤਾਂ ਅਪਰ ਕੇਸ ਦੇ ਵਿੱਚ, I ਲਿਖ ਦਿਓ ਅਪਰ ਕੇਸ ਰੋਮਨ ਆਏਗਾ, ਛੋਟਾ I ਲਿਖ ਦਿਓ ਲੋਅਰ ਕੇਸ ਰੋਮਨ ਆਏਗਾ। ਕਿਸੇ ਵੀ ਟਾਈਪ ਦਾ ਡਾਟਾ ਤੁਸੀਂ ਦੇਖੋ ਬਲੈਕ ਬਾਕਸ ਟੈਸਟਿੰਗ ਦੇ ਮੂਹਰੇ 1 2 3 ਰੋਮਨ ਦੇ ਵਿੱਚ ਲਿਖਿਆ ਹੋਇਆ ਆ ਰਿਹਾ। ਤਾਂ ਇਹਦੀਆਂ ਸਾਰੀਆਂ ਐਗਜ਼ਾਮਪਲਸ ਨੇ, ਤੁਸੀਂ ਦੇਖ ਸਕਦੇ ਹੋ ਜਿਹੜੀ ਵੀ ਕਰਨੀ ਹੈ। ਦੇਖੋ ਡੋਟ ਮੈਟ੍ਰਿਕ ਪ੍ਰਿੰਟਰ ਹੈ, ਚੈਨ ਪ੍ਰਿੰਟਰ ਬਣਾਇਆ ਹੋਇਆ, ਡਰਮ ਪ੍ਰਿੰਟਰ, ਕੱਲੀ ਚੀਜ਼ ਨੂੰ ਪ੍ਰਿੰਟ ਕੀਤਾ ਹੋਇਆ।
क्लीयर है जी। देखो इन्हां दे मूरे 1 2 3 4 लिखिया आ रहा है, 5 6 7 मूरे इन्हां दे मूरे रोमन दे विच लिखिया होया आ रहा हैगा। ओके नैक्सट आ गया जी साडा नैसटड लिस्ट। नैसटड लिस्ट भी यूज़ कर सकते हैं, कहते असीं एक लिस्ट के अंदर जो लिस्ट यूज़ की जाती है उन्होंने किहड़ी लिस्ट बोलिया जाता है, नैसटड लिस्ट। एक टाइप का डाटा फिर दूसरी टाइप का डाटा ले लिया, उस दे अंदर ही एक होर टाइप डिस्क्राइब कर दें, उसनों असीं किहड़ी लिस्ट बोलते हैं, नैसटड लिस्ट। देखो जी सब तो पहला टाइप ए का डाटा हो रहा है, लिस्ट 1 बनाई है, फिर ऑर्डर लिस्ट एक होर लै ली, ठीक है जी। फिर नैक्सट टाइप लीती है, तो एक लिस्ट के अंदर जो असीं एक होर लिस्ट बना लैंदे उसनों किहड़ी लिस्ट का नाम दिता जाता है, ऑर्डर्ड लिस्ट, नैसटड लिस्ट का नाम दिता जाता है। नैक्सट आ गई जी साडी अनऑर्डर्ड लिस्ट। अनऑर्डर्ड लिस्ट किहड़ी हुंदी है, जिसनों डिफाइन करते हैं असीं UL दे सिंबल दे नाल, इस दे नाल ही ओपन करना है, इस दे नाल ही असीं इसनूं क्लोज करना हैगा। देखो जी सेम है प्रोग्राम उस दे नाल दा, बट इस दे विच टैग की कीता सी UL नाम दा। सब तो पहला तुसी ब्लैक बॉक्स लिखिया, फिर वाइट बॉक्स लिखिया, फिर कंट्रोल स्ट्रक्चर टेस्टिंग लिखिया हैगा। देख रहे हो जी, तो उसकी आउटपुट दे विच उन्होंने की कीता हैगा, पहला सब तो पहला ब्लैक बॉक्स नूं प्रिंट करता, वाइट बॉक्स नूं, कंट्रोल स्ट्रक्चर टेस्टिंग। तो ये अनऑर्डर है, जिहड़ा मर्जी जिथे मर्जी असीं प्रिंट करवा सकते हैं। क्लीयर है जी, आउटपुट क्लीयर है, ब्लैक बॉक्स टेस्टिंग, वाइट बॉक्स टेस्टिंग ते कंट्रोल स्ट्रक्चर टेस्टिंग। उस तो बाद ये अलग अलग तरह के एट्रीब्यूट यूज़ करके दिखाए ने, जिवें डॉट मैट्रिक, चैन प्रिंटर, लिस्टां दे विच प्रिंट करवाया, किते लेजर प्रिंट करवाया, किते किहड़ा प्रिंटर नूं नाम दिता हैगा। तो इस तरह तुसीं कल्ले कल्ले अपनी मर्जी नाल लै सकदे हो। आउटपुट दे विच देखो इंपैक्ट प्रिंटर के नाम, नॉन इंपैक्ट प्रिंटर के, ये अनऑर्डर्ड लिस्ट है, किहड़ा मर्जी अखर कित्थों भी चक के तुसीं प्रिंट करवा सकदे हो। नैक्सट आ गया जी साडा डेफिनेशन लिस्ट। डेफिनेशन लिस्ट कादे वास्ते असीं यूज़ करते हैं कि लिस्ट ऑफ टर्म्स पेयर्ड विद एसोसीएटेड डेफिनेशन, कि लिस्ट कादी बनानी है कि डेफिनेशनस होण नाल उन्हां दे मीनिंग क्लीयर होण। कोई वर्ड्स है उन्हां दी ग्लोसरी, कि वर्ड्स नूं एक्सप्लेन किया होया, उहदी डेफिनेशन दसी हुई हैगी। तां कहंदे दो तरह की हुंदी है, एक तां टर्म, एक डेफिनेशन। तो कहते इस तरह की जी लिस्ट है इनू फाउंड किया जाता है डिक्शनरियां दे विच, ग्लोसरी ऑफ टर्म्स एट द एंड ऑफ अ बुक। ग्लोसरी कित्थे हुंदा है, बुक के एंड पेज के उत्ते, जिथे फ्रीकुएंटली आस्क क्वेश्चन पेज हुंदे नेगे। कहते बिकॉज जी डेफिनेशन लिस्ट है डोंट ऐड नंबरिंग और बुलेट्स वगैरह, ये विच ना तो नंबरस हुंदे ने ना बुलेट्स हुंदे नेगे। ठीक है जी, तो इस दे विच 2 लैवल की इन्फॉर्मेशन हुंदी है, नेमली द टर्म एंड द डेफिनेशन आर डन विद द DT टैग। DD टैग भी यूज़ किया जाता है, DL टैग भी यूज़ किया जाता है, DD टैग भी यूज़ किया जाता है। डेफिनेशन लिस्ट के विच टैग सारिਆਂ ਦੇ नाम दसे ने, उन्होंने यूज़ करके दिखाया है। देखो किवें किवें यूज़ किया इस टैग नूं, टाइटल दिता है, डेफिनेशन ग्लोसरी वास्ते, फिर DL लिता है, फिर DT लिता है, उन्होंने सारिਆਂ नूं डिफाइन करके दिखाता कि की टैंपलेट्स कित्थे यूज़ किए गए हैं। तो ये किहड़ा टैग सी साडा, डेफिनेशन लिस्ट। तो हुण मैं एक बार ब्रीफ के सारा दस रही हाँ की पढ़िया। सब तो पहला असीं इस लिस्ट की गल की है कि डाटे नूं किस सीक्वेंस के विच असीं अरेंज करके रखना हैगा। तो लिस्ट है जिहड़ी साडी वो 3 तरह की हुंदी है, ऑर्डर्ड लिस्ट, अनऑर्डर्ड लिस्ट, डेफिनेशन लिस्ट। ऑर्डर्ड लिस्ट साडी वो वाली लिस्ट हुंदी है जिस दे विच असीं डाटे नूं एक सीक्वेंस के विच अरेंज करके रखिया हुंदा है। अनऑर्डर्ड लिस्ट वो हुंदी है कि जिहड़ी चीज़ की सानूं जिथे लोड़ पैंदी है उत्थे लिखीए। जिस तरह कि असीं इंपैक्ट प्रिंटर दे विच पहला कुछ नाम देते, नॉन इंपैक्ट ते अलग, भी सीक्वेंस नहीं हैगी जिथों जिहड़ा मर्जी चुक सकते हैं। डेफिनेशन दे विच की है कि जिथे असीं कोई ग्लोसरीज वगैरह बनाउणियां ने, जां किसी वर्ड की डेफिनेशन देनी हैगी, जिस तरह की डिक्शनरीज हुंदियां ने, तो उहदे वास्ते असीं यूज़ करते हैं डेफिनेशन लिस्ट। आ साडा चैप्टर सीगा लिस्ट 1।